हाँ जी, ਆਪਾਂ ਹੁਣ ਨੰਦੇੜ ਸਾਹਿਬ ਤੋਂ औरंगाबाद रूट ਤੇ ਵਾਪਸ ਚੱਲ ਰਹੇ ਹਾਂ। ਸੋ ਪੰਜਾਬ ਵੱਲ ਨੂੰ ਵੀ ਵਾਪਸੀ ਆ ਤੇ ਰਸਤੇ ਵਿੱਚ ਜੋ ਵੀ ਦੇਖਣ ਵਾਲੇ ਸਥਾਨ ਨੇ ਉਹਨਾਂ ਨੂੰ ਦੇਖਦੇ ਚੱਲਾਂਗੇ। ਇਹ ਪੰਜਾਬ ਭਵਨ ਦੇ ਬਿਲਕੁਲ ਹੀ ਨਾਲ ਫਲਾਈਓਵਰ ਆ ਜੋ ਕਿ औरंगाबाद रोड ਨੂੰ ਵੀ ਟੱਚ ਕਰਦਾ ਆ ਅਤੇ 에ਅਰਪੋਰਟ रोड ਦੇ ਨਾਲੋਂ ਹੋ ਕੇ ਲੰਘਦਾ ਆ, यानी कि एयरपोर्ट ਨੂੰ ਇਹ ਰਸਤਾ ਜਾਂਦਾ ਆ, ਇੱਥੇ ਦੇ ਲੋਕਲ ਜਿਹੜਾ 에ਅਰਪੋर्ट ਆ। ਸੋ ਆਪਾਂ ਇਸ ਰਸਤੇ ਹੁਣ औरंगाबाद ਨੂੰ ਜਾ ਰਹੇ ਆ ਵਾਪਸ। औरंगाबाद ਤੋਂ ਅੱਗੇ ਵਾਲਾ ਪ੍ਰੋਗਰਾਮ ਦੇਖਾਂਗੇ ਕਿੱਧਰ ਨੂੰ ਬਣਦਾ ਆ। ਉਜੈਨ ਹੁੰਦੇ ਹੋਏ ਪੰਜਾਬ ਦੀ ਵਾਪਸੀ ਹੋਵੇਗੀ। प्यार मुंदा फुल्लां तो मलूक सोहणिया जिवें हुंदी मोरनी दी कूक सोहणिया दूर किते जंगलां च नचदी फिरे शहर तक सुण जांदी कूक सोहणिया सज्जन राजी हो जवे फिर भी ओ रोड़ा नहीं ओ पाईदा पागला सज्जन राजी हो जवे फिर भी ओ रोड़ा नहीं ओ पाईदा पागला शक हुंदा हीरिया दे वरगा जग तो लुकाईदा पागला सजन राजी हो जवे फिर भी ओ रोड़ा नहीं ओ पाईदा। गिरोने विच हंदिया ਸ਼ਾਇਦ ਵਿਕ ਰਿਹਾ ਜੀ, ਜਿਹੜਾ ਨੀਚੇ ਤੁਸੀਂ ਦੇਖ ਰਹੇ ਹੋ ਬੰਦੇ ਖੜੇ ਆ, ਇਹ ਸ਼ਾਇਦ ਦਾ ਛੱਤਾ ਐਜ਼ ਇਟ ਇਜ਼ ਲੈ ਕੇ ਬੈਠੇ ਆ ਤੇ ਤੁਹਾਡੇ ਸਾਹਮਣੇ ਨਿਚੋੜ ਕੇ ਦਿੰਦੇ ਆ। औरंगाबाद ਤੋਂ ਪਹਿਲਾਂ ਆ, ਹਜ਼ੂਰ ਸਾਹਿਬ ਤੋਂ ਆਉਂਦੇ ਹੋਏ। ਹਲੋ ਜੀ, ਅਸੀਂ ਇੱਥੇ ਹੁਣ ਸਾਡਾ ਸ਼ਾਮ ਦਾ ਚਾਹ ਦਾ ਸੋਚਿਆ ਕਿ ਪੀ ਲਈਏ ਕਿਤੇ, ਇੱਥੇ ਅਸੀਂ ਪੀਣ ਲੱਗੇ ਹੁਣ। ਇੱਥੇ ਰੋਕ ਲਈ ਅੱਗੇ, ਬਸ ਇੱਥੇ ਰੋਕ ਲਓ। हाँ जी, चाह पी के तुर पे हैं जी। ਆਪਾਂ ਹੁਣ औरंगाबाद ਜਾਵਾਂਗੇ ਜਿੱਥੇ ਗੁਰੂ ਮਹਾਰਾਜ ਦੀ ਹੱਥ ਲਿਖਤ ਜ਼ਫਰਨਾਮੇ ਦੀ ਇੱਕ ਕਾਪੀ ਜੋ ਕਿ ਭਾਈ ਦਇਆ ਸਿੰਘ, ਧਰਮ ਸਿੰਘ, ਦੋਨੇ ਸਿੰਘ ਪੰਜ ਪਿਆਰਿਆਂ ਵਿੱਚੋਂ ਜਿਹੜੇ ਸੀ ਉਹ ਲੈ ਕੇ ਇੱਥੇ ਔਰੰਗਜ਼ੇਬ ਨੂੰ ਦੇਣ ਲਈ ਆਏ ਸਨ। ਉਹ ਜ਼ਫਰਨਾਮੇ ਦੇ ਦਰਸ਼ਨ ਕਰਾਂਗੇ ਅਤੇ ਉਸ ਤੋਂ ਬਾਅਦ ਗਰੀਨੇਸ਼ਵਰ ਮਹਾਰਾਜ ਜਿਹੜੇ ਕਿ 12ਵਾਂ ਜੋਤਰਲਿੰਗ ਆ ਉਸ ਦੇ ਦਰਸ਼ਨ ਕਰਦੇ ਹੋਏ ਅੱਜ ਰਾਤ ਨੂੰ ਆਪਾਂ ਸ਼ਿਰੜੀ ਪਹੁੰਚਾਂਗੇ ਅਤੇ ਸ਼ਿਰੜੀ ਰਾਤ ਸਾਡਾ ਸਟੇ ਰਹੇਗਾ। ਡਿਨਰ ਵੀ ਆਪਾਂ ਰਾਤ ਉੱਥੇ ਹੀ ਕਰਾਂਗੇ। ਠੀਕ ਹੈ ਜੀ, ਚਲਿਏ। ਹਾਂਜੀ, ਗੁਰਦੁਆਰਾ ਭਾਈ ਦਇਆ ਸਿੰਘ, ਧਰਮ ਸਿੰਘ। ਗੁਰੂ ਮਹਾਰਾਜ ਨੇ ਜਦੋਂ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ ਸੀ, ਉਹ ਜ਼ਫਰਨਾਮਾ औरंगाबाद विखे इसे स्थान ते भाई दया सिंह जी लैके आए सन।
ਇੱਥੇ ਜਦੋਂ ਭਾਈ ਦਇਆ ਸਿੰਘ ਧਰਮ ਸਿੰਘ ਪਹੁੰਚੇ ਤਾਂ ਔਰੰਗਜ਼ੇਬ ਇੱਥੋਂ ਅਹਿਮਦਨਗਰ ਵਿਖੇ ਗਿਆ ਹੋਇਆ ਸੀ। ਤਾਂ ਇੱਥੇ ਇੱਕ ਉਸ ਜ਼ਫ਼ਰਨਾਮੇ ਦਾ ਉਤਾਰਾ ਉਤਾਰ ਕੇ ਤਾਂ ਉੱਥੇ ਜ਼ਫ਼ਰਨਾਮੇ ਨੂੰ ਭੇਜਿਆ ਗਿਆ ਅਹਿਮਦਨਗਰ ਵਿਖੇ। ਇਸ ਸਥਾਨ ਦਾ ਅੱਜ ਦਾ ਹੁਕਮਨਾਮਾ ਆਣਾ ਹੋਇਆ ਹੈ। ਭਗਤ ਜੋ ਸੰਸਾਰ ਵਿੱਚ ਆਏ ਹਨ ਜਾਂ ਆ ਰਹੇ ਹਨ, ਉਹ ਸਿਮਰਨ ਕਰਨ ਵਾਸਤੇ ਤੇ ਕਰਾਉਣ ਵਾਸਤੇ ਹੀ ਸੰਸਾਰ ਵਿੱਚ ਆਉਂਦੇ ਹਨ। ਉਹ ਆਪ ਵੀ ਬੰਦਗੀ ਕਰਦੇ ਹਨ ਤੇ ਦੂਸਰਿਆਂ ਨੂੰ ਵੀ ਵਾਹਿਗੁਰੂ ਦੇ ਨਾਲ ਜੋੜਨ ਵਾਸਤੇ ਆਪਣਾ ਜੀਵਨ ਲਗਾ ਦਿੰਦੇ ਹਨ। ਇਸ ਕਰਕੇ ਸਤਿਗੁਰੂ ਜੀ ਨੇ ਹਰ ਸਿਮਰਨ ਕਰ ਭਗਤ ਪ੍ਰਗਟਾਏ। हर सिमरन कर सारा जो है बंदगी वास्ते भी। पहली अष्टपदी सुखमनी बानी जी, उसकी आखिरी पौड़ी है जो अज अपना ਸਰਦਾਰ ਖੜਕ ਸਿੰਘ ਜੀ ਇੱਥੇ ਮੁੱਖ ਗ੍ਰੰਥੀ, ਮੁੱਖ ਸੇਵਾਦਾਰ, ਜਿਨ੍ਹਾਂ ਦੇ ਰਾਹੀਂ ਅਸੀਂ ਦਸਮ ਬਾਣੀ ਦੇ ਦਰਸ਼ਨ ਕਰਨ ਲੱਗੇ ਹਾਂ, ਜੋ ਕਿ ਪੁਰਾਤਨ ਹੱਥ ਲਿਖਤ ਆ। ਇਹ ਗ੍ਰੰਥ ਪੌਂਟਾ ਸਾਹਿਬ ਵਿੱਚ ਲਿਖਿਆ ਗਿਆ ਹੈ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਪੌਂਟਾ ਸਾਹਿਬ ਦੇ ਅੰਦਰ ਰਹਿੰਦੇ ਸੀ ਤਾਂ ਉੱਥੇ ਇੱਕ ਰੋਜ਼ ਕਵੀ ਦਰਬਾਰ ਹੁੰਦਾ ਸੀ। 52 ਕਵੀ ਉਹਨਾਂ ਦੇ ਨਾਲ ਰਹਿੰਦੇ ਸੀ ਤੇ ਉੱਥੇ ਕਵੀ ਲੋਕ ਜਿਹੜੇ ਆਪਣੀਆਂ ਕਵਿਤਾਵਾਂ ਬਣਾ ਕੇ ਸੁਣਾਉਂਦੇ ਸੀ। ਤੇ ਉੱਥੇ ਹੀ ਫਿਰ ਗੁਰੂ ਗੋਬਿੰਦ ਸਿੰਘ ਜੀ ਜਮਨਾ ਨਦੀ ਦੇ ਕਿਨਾਰੇ ਬੈਠ ਕੇ ਇਕਾਂਤ ਵਿੱਚ ਆਪਣੀ ਬਾਣੀ ਉਚਾਰਨ ਕਰਦੇ ਸੀ। ਤੇ ਇਹ ਉਹਨਾਂ ਦੀ ਜਿੰਨੀ ਵੀ ਬਾਣੀ ਹੈ ਤਕਰੀਬਨ ਉੱਥੇ ਹੀ ਉਹਨਾਂ ਨੇ ਉਚਾਰਨ ਕੀਤੀ ਹੈ, ਕਿਉਂਕਿ 3 ਸਾਲ ਤੱਕ ਪੌਂਟਾ ਸਾਹਿਬ ਹੀ ਰਹੇ ਗੁਰੂ ਗੋਬਿੰਦ ਸਿੰਘ ਜੀ। ਪਹਿਲੀ ਬਾਣੀ ਉਹਨਾਂ ਦੀ ਜਾਪ ਸਾਹਿਬ ਹੈ, ਜੋ ਆਪਾਂ ਰੋਜ਼ ਨਿਤਨੇਮ ਵਿੱਚ ਪੜ੍ਹਦੇ ਹਾਂ। ਦੂਸਰੀ ਬਾਣੀ ਅਕਾਲ ਉਸਤਤ ਹੈ, ਜਿਹਦੇ ਵਿੱਚੋਂ ਅਸੀਂ ਸਵਈਏ ਰੋਜ਼ ਪੜ੍ਹਦੇ ਹਾਂ, ਅੰਮ੍ਰਿਤ ਸਵਈਏ। ਫਿਰ ਉਹਨਾਂ ਦੀ ਬਾਣੀ ਹੈ ਬਚਿੱਤਰ ਨਾਟਕ, ਜਿਹਦੇ ਵਿੱਚ ਉਹਨਾਂ ਨੇ ਆਪਣੀ ਆਤਮ ਕਥਾ ਆਪ ਉਚਾਰਨ ਕਰਕੇ ਲਿਖਵਾਈ, ਪਿਛਲੇ ਜਨਮ ਦਾ ਵੀ ਔਰ ਇਸ ਜਨਮ ਦਾ ਵੀ ਨਾਲ। ਉਹਦੇ ਵਿੱਚ ਉਹਨਾਂ ਨੇ ਉਚਾਰਨ ਕੀਤਾ, ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਜਿਹੇ ਬਿਦ ਮੋਹਿ ਆਨੋ। ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ। सपत श्रृंग तह नाम कहावा पंड राज जह जोग कमावा। तह हम अधिक तपस्या साधी महाकाल काल का आराधी। ਇਹ ਬਿਦ ਕਰ ਤਪੱਸਿਆ ਭਇਓ ਦੋਤੇ ਇੱਕ ਰੂਪ ਹੋਏ। ਇਹ ਪਿਛਲੇ ਜਨਮ ਦਾ ਉਹਨਾਂ ਦਾ ਤੇ ਉਹਨਾਂ ਦੇ ਇਸ ਭਗਤੀ ਤੋਂ ਪ੍ਰਸੰਨ ਹੋ ਕੇ ਅਕਾਲ ਪੁਰਖ ਨੇ ਉਹਨਾਂ ਨੂੰ ਫਿਰ ਇਸ ਜਨਮ ਦੇ ਵਿੱਚ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਦੇ ਗ੍ਰਹਿ ਵਿਖੇ ਜਨਮ ਲੈਣ ਵਾਸਤੇ ਭੇਜਿਆ, ਕਿਉਂਕਿ ਮਾਤਾ ਗੁਜਰੀ ਜੀ ਔਰ ਗੁਰੂ ਤੇਗ ਬਹਾਦਰ ਜੀ ਨੇ ਵੀ ਬਾਬਾ ਬਕਾਲਾ ਦੇ ਅੰਦਰ 26 ਸਾਲ ਤੱਕ ਭਗਤੀ ਕੀਤੀ ਤੇ ਉਹ ਭਗਤੀ ਤੋਂ ਪ੍ਰਸੰਨ ਹੋ ਕੇ ਅਕਾਲ ਪੁਰਖ ਨੇ ਫਿਰ ਉਹਨਾਂ ਦੇ ਗ੍ਰਹਿ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ ਜਨਮ ਲੈਣ ਵਾਸਤੇ। ਉਹਦੀ ਵੀ ਗੁਰੂ ਗੋਬਿੰਦ ਸਿੰਘ ਨੇ ਆਪ ਆਪਣੀ ਬਾਣੀ ਦੇ ਅੰਦਰ ਉਚਾਰਨ ਕੀਤਾ ਹੈ, ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ। ਜਿੰਜੋ ਕਰੀ ਅਲਖ ਕੀ ਸੇਵਾ ਤਾਤੇ ਭੈ ਪ੍ਰਸੰਨ ਗੁਰਦੇਵਾ। ਮੇਰੇ ਮਾਤਾ ਪਿਤਾ ਨੇ ਜੋ ਭਗਤੀ ਕੀਤੀ, ਉਹਨਾਂ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਅਕਾਲ ਪੁਰਖ ਨੇ ਮੈਨੂੰ ਉਹਨਾਂ ਦੇ ਘਰ ਜਨਮ ਲੈਣ ਵਾਸਤੇ ਭੇਜਿਆ। ਹਾਲਾਂਕਿ ਮੇਰਾ ਚਿੱਤ ਨਹੀਂ ਸੀ ਕਰ ਰਿਹਾ ਸੰਸਾਰ ਵਿੱਚ ਆਉਣ ਨੂੰ। कितना भयो हमरा आवन कह चुभी रही सुरत प्रभु चरणन में। लेकिन ज्यों त्यों प्रभ हमको समझायो इम कह के ये लोग पठायो। मैं अपना सुत तो ही निवाजा पंथ प्रचर करवे को साजा। जहाँ तहाँ ते धर्म चलाए कुबुद्ध करते लोक हटाए। तो इस करके फिर मैनू परमात्मा ने हुक्म किया, तिन प्रभ जब आयस मोहे दिया तब हम जन्म कलू में लिया। तो जिस वेले मेरा जन्म होया गुरु गोबिंद सिंह जी कहते उस वेले मेरे माता पिता पूर्व की यात्रा ते गए हुए सी। मुर पित पूरब कियस प्याना भांत भांत के तीर्थ नाना। तब ही जात तिर बैनी भये पुण्य दान दिन करत बितये। तही प्रकाश हमारा पयो पटना शहर विखे पवले। मेरा जन्म पटना शहर के अंदर होया। ये आप उन्होंने सारी जानकारी बचित्तर नाटक बानी दे विच है। फिर उन्होंने अगे होर बाणियां ज्ञान प्रबोध नाम माला शस्त्र माला 24 अवतार एक उन्होंने खास बाणी है।
ਜਿਹਦੇ ਵਿੱਚੋਂ 23 ਅਵਤਾਰ ਪਹਿਲੇ ਹੋ ਚੁੱਕੇ ਹੈ ਤੇ 24ਵਾਂ ਅਵਤਾਰ ਹੋਣ ਵਾਲਾ ਹੈ। ਉਹਦਾ ਨਾਮ ਕਲਕੀ ਅਵਤਾਰ ਹੋਏਗਾ, ਜਿਹੜਾ ਕਿ ਯੂਪੀ ਦੇ ਅੰਦਰ ਸੰਭਲ ਦੇ ਅੰਦਰ ਹੋਏਗਾ। ਉਹਦੀ ਜਾਣਕਾਰੀ ਇਹਦੇ ਵਿੱਚ ਹੈ। ਪਲ ਭਾਗ ਪਿਆ ਹਰ ਮੰਦਰ ਸੰਭਲ ਕੇ ਹਰਜੂ ਹਰ ਮੰਦਰ ਆਵੇਂਗੇ। ਕਲਕੀ ਅਵਤਾਰ ਹੋਏਗਾ। ਉਹ ਕਦੋਂ ਹੋਏਗਾ? ਉਹਦੇ ਵਿੱਚ ਇਹਦੇ ਵਿੱਚ ਜੋ ਗੱਲਾਂ ਲਿਖੀਆਂ ਹੋਈਆਂ ਉਹ ਜਦੋਂ ਪੂਰੀਆਂ ਹੋ ਜਾਣਗੀਆਂ ਉਸ ਵੇਲੇ ਫਿਰ ਕਲਕੀ ਅਵਤਾਰ ਹੋਏਗਾ। ਤੇ ਕਲਕੀ ਅਵਤਾਰ ਜਿਹੜਾ ਫਿਰ ਉਹ ਜਦੋਂ ਪਾਪ ਵੱਧ ਜਾਣਗੇ ਫਿਰ ਪਾਪੀਆਂ ਨੂੰ ਸੋਧ ਕੇ ਉਸ ਤੋਂ ਬਾਅਦ ਜਿਹੜਾ ਹੈ ਪਾਪੀਆਂ ਦਾ ਸੋਧਨਾ ਹੋ ਜਾਏਗਾ ਤੇ ਸਤਯੁਗ ਸ਼ੁਰੂ ਹੋ ਜਾਏਗਾ। ਫਿਰ ਸਤਯੁਗ ਆਇਓ ਸਤਯੁਗ ਪਾਇਓ, ਐਸੀ ਅਵਸਥਾ ਤੇ ਸਭ ਲੋग ਪਹੁੰਚ ਜਾएंगे। ये सतयुग सच कहे सब कोई कर कर भक्ति गुरु। ਇਹ ਸਾਰਾ ਉੱਥੇ ਗ੍ਰੰਥ ਲਿਖਣ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਆਏ ਪੌਂਟਾ ਸਾਹਿਬ ਤੋਂ। ਫਿਰ ਉਸ ਤੋਂ ਬਾਅਦ ਚਮਕੌਰ ਸਾਹਿਬ, ਲੱਖੀ ਜੰਗਲ, ਮਾਛੀਵਾੜਾ ਹੋ ਕੇ ਮੁਕਤਸਰ ਤੋਂ ਬਾਅਦ ਦੀਨਾ ਕਾਂਗੜ ਆਏ। ਫਿਰ ਉੱਥੇ ਉਹਨਾਂ ਨੇ ਜ਼ਫ਼ਰਨਾਮਾ ਲਿਖਿਆ। ਦੀਨਾ ਕਾਂਗੜ ਜਿਹੜਾ ਹੁਣ ਜ਼ਿਲ੍ਹਾ ਮੋਗਾ ਦੇ ਅੰਦਰ, ਉੱਥੇ ਫਿਰ ਫਾਰਸੀ ਦੇ ਵਿੱਚ ਔਰੰਗਜ਼ੇਬ ਨੂੰ ਸਮਝਾਉਣ ਵਾਸਤੇ ਇਹਦੀ ਰਚਨਾ ਕੀਤੀ ਜ਼ਫ਼ਰਨਾਮਾ। ਜ਼ਫ਼ਰਨਾਮਾ ਫਾਰਸੀ ਦੇ ਵਿੱਚ ਹੈ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਬਾਦਸ਼ਾਹ ਦਾ ਕੰਮ ਹੁੰਦਾ ਹੈ ਪ੍ਰਜਾ ਦੀ ਦੇਖ ਰੇਖ ਸੰਭਾਲ ਕਰਨਾ, ਔਰ ਤੂੰ ਬਾਦਸ਼ਾਹ ਹੋ ਕੇ ਜ਼ੁਲਮ ਕਰ ਰਿਹਾ ਹੈ। ਔਰ ਜਿਸ ਬਾਦਸ਼ਾਹ ਨੇ ਵੀ ਜ਼ੁਲਮ ਕੀਤੇ ਉਹਨਾਂ ਦਾ ਕੀ ਹਾਲ ਹੁੰਦਾ ਹੈ, ਸਾਰੇ ਦ੍ਰਿਸ਼ਟਾਂਤ ਦੇ ਕੇ ਉਹਨੂੰ ਸਮਝਾਇਆ। ਉਸ ਤੋਂ ਬਾਅਦ ਫਿਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਜ਼ਫ਼ਰਨਾਮਾ ਲੈ ਕੇ ਦੀਨਾ ਕਾਂਗੜ ਤੋਂ ਔਰੰਗਾਬਾਦ ਆਏ। ਇੱਥੇ ਆ ਕੇ ਫਿਰ ਜਿੱਥੇ ਔਰੰਗਜ਼ੇਬ ਹੈਗਾ ਸੀ ਉਹਨੂੰ ਜਾ ਕੇ ਉਹਨਾਂ ਨੇ ਜ਼ਫ਼ਰਨਾਮਾ ਦਿੱਤਾ। ਔਰੰਗਜ਼ੇਬ ਨੇ ਜਦੋਂ ਇਹ ਲੈ ਕੇ ਜ਼ਫ਼ਰਨਾਮਾ ਪੜ੍ਹਨਾ ਸ਼ੁਰੂ ਕੀਤਾ ਫਿਰ ਉਸ ਨੂੰ ਸਮਝ ਆਈ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਕੋਈ ਸਧਾਰਨ ਆਦਮੀ ਨਹੀਂ ਹੈ, ਬਹੁਤ ਵੱਡੇ ਮਹਾਂਪੁਰਸ਼ ਹੈ, ਸੰਤ ਹੈ, ਪੀਰ ਹੈ ਕੋਈ। ਇਸ ਕਰਕੇ ਫਿਰ ਉਹਨੂੰ ਨਾ ਯਕੀਨ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਬਾਣੀ ਜਿਹੜੀ ਹੈ ਬੜੀ ਹੀ ਪੜ੍ਹ ਕੇ ਉਹਨੂੰ ਬੜਾ ਆਨੰਦ ਆਇਆ, ਖੁਸ਼ ਹੋਇਆ ਉਹ। ਲੇਕਿਨ ਉਹਨੂੰ ਪਛਤਾਵਾ ਵੀ ਆਇਆ ਕਿ ਸਾਡੇ ਖਾਨਦਾਨ ਨੇ ਬੜੀਆਂ ਗਲਤੀਆਂ ਕੀਤੀਆਂ। ਉਹ ਪਛਤਾਵੇ ਦੇ ਵਿੱਚ ਬਿਮਾਰ ਹੋ ਗਿਆ। ਫਿਰ ਬੜੇ ਇਲਾਜ ਕੀਤੇ ਗਏ ਲੇਕਿਨ ਫਿਰ ਉਹ ਦੁਨੀਆ ਤੋਂ ਚਲਾ ਗਿਆ। ਉਸ ਤੋਂ ਬਾਅਦ ਫਿਰ ਭਾਈ ਦਇਆ ਸਿੰਘ, ਧਰਮ ਸਿੰਘ ਜੀ ਵਾਪਸ ਗਏ ਪੰਜਾਬ। ਫਿਰ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਹੋਰ ਵੀ ਸਿੰਘ ਉਹਨਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਜਿਹੜਾ ਉਹਨਾਂ ਨੇ ਉੱਥੇ ਲਿਖਵਾਇਆ ਸੀ ਭਾਈ ਮਨੀ ਸਿੰਘ ਕੋਲੋਂ, ਉਹ ਨਾਲ ਲੈ ਕੇ ਫਿਰ ਦੱਖਣ ਦੇਸ਼ ਹਜ਼ੂਰ ਸਾਹਿਬ ਆਏ। ਔਰ ਇੱਥੇ ਆ ਕੇ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਔਰ ਸਾਨੂੰ ਹੁਕਮ ਕੀਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਦੇਹਧਾਰੀ ਗੁਰੂ ਅੱਗੇ ਕਿਸ ਤਰ੍ਹਾਂ ਕਰਨ ਵਾਲੇ ਜੋ ਆਪਾਂ ਹੁਣ ਦੇਖ ਰਹੇ ਹਾਂ ਉਹ ਸਾਰਾ ਲਿਖਿਆ ਹੋਇਆ ਇਹਦੇ ਵਿੱਚ, ਪੂਰਾ ਲਿਖਿਆ ਹੋਇਆ ਕਲਕੀ ਅਵਤਾਰ ਦੇ ਵਿੱਚ ਜਿਹੜਾ ਹੁਣ ਹੋ ਰਿਹਾ ਨਾ, ਇਹ ਸਾਰਾ ਲਿਖਿਆ ਹੈਗਾ, ਇਹਦੀ ਪੂਰੀ ਜਾਣਕਾਰੀ ਹੈ। ਇਸ ਕਰਕੇ ਇਹੀ ਸੀ ਜਿਹੜਾ ਪਿੱਛੇ ਆਪਾਂ ਦੇਖੀ ਇਹ ਸਾਰਾ ਥੋੜਾ ਜਿਹਾ 46 ਪੇਜ ਦਾ ਜ਼ਫ਼ਰਨਾਮਾ ਹੈ। ਬਾਕੀ ਸਾਰਾ ਜਿਹੜਾ ਗ੍ਰੰਥ ਹੈ ਗੁਰਮੁਖੀ ਵਿੱਚ ਹੈ। ਸਿਰਫ ਜ਼ਫ਼ਰਨਾਮਾ ਜਿਹੜਾ ਉਹ ਫਾਰਸੀ ਦੇ ਵਿੱਚ ਹੈ। ਇਹਦੀਆਂ 2 ਕਾਪੀਆਂ ਤਿਆਰ ਕੀਤੀਆਂ ਗਈਆਂ ਸੀ, ਇੱਕ ਔਰੰਗਜ਼ੇਬ ਨੂੰ ਦਿੱਤੀ, ਇੱਕ ਦਸਮ ਗ੍ਰੰਥ ਵਿੱਚ ਦਰਜ ਕੀਤੀ ਹੈ। ਅਗਰ ਇਹਦੇ ਵਿੱਚ ਨਹੀਂ ਹੁੰਦਾ ਸੀ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਸੀ ਕਿ ਜ਼ਫ਼ਰਨਾਮਾ ਕੀ ਸੀ। ਗੁਰੂ ਗੋਬਿੰਦ ਸਿੰਘ ਜੀ ਆਪ ਹਜ਼ੂਰ ਸਾਹਿਬ ਜੋਤੀ ਜੋਤ ਸਮਾਏ। ਭਾਈ ਦਇਆ ਸਿੰਘ, ਧਰਮ ਸਿੰਘ ਦਾ ਵੀ ਉੱਥੇ ਹੀ ਚਲਾਣਾ ਹੋਇਆ। ਇਸ ਕਰਕੇ ਇਹਦਾ ਇਤਿਹਾਸ ਜਿਹੜਾ ਹੈ ਇਸ ਸਥਾਨ ਦਾ ਸੱਚਖੰਡ ਹਜ਼ੂਰ ਸਾਹਿਬ ਤੋਂ ਪਹਿਲੇ ਦਾ ਹੈ। ਸੋ ਆਪਾਂ ਹੁਣ ਗੁਰਦੁਆਰਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੋ 5 ਪਿਆਰਿਆਂ ਵਿੱਚੋਂ 2 ਪਿਆਰੇ ਹੋਏ ਨੇ, ਉਸ ਧਾਰਮਿਕ ਸਥਾਨ ਤੋਂ, ਇਤਿਹਾਸਕ ਸਥਾਨ ਤੋਂ ਨਿਕਲੇ ਆ। ਤਾਂ ਮੁੜਨਾ ਆਪਾਂ ਐਸੇ ਚੌਂਕ ਤੋਂ। ਥੱਲੇ ਹੋਣਾ ਹੈ। ਹਾਂ ਹਾਂਜੀ ਹਾਂਜੀ, ਕਲਕੀ ਅਵਤਾਰ ਕਹਿੰਦੇ ਲੈਣਾ ਹੈ। ਦੋਸਤੋ ਆਪਾਂ ਔਰੰਗਾਬਾਦ ਸ਼ਹਿਰ ਦੇ ਵਿੱਚੋਂ ਨਿਕਲ ਰਹੇ ਹਾਂ। ਆਪਾਂ ਜੋਤਰਲਿੰਗ ਜਾ ਰਹੇ ਹਾਂ, ਜੋ 12 ਭੋਲੇ ਸ਼ੰਕਰ ਦੇ 12 ਜੋਤਰਲਿੰਗਾਂ ਵਿੱਚੋਂ ਇੱਕ ਜੋਤਰਲਿੰਗ ਆ। ਇਹ ਹੈ ਇਹ ਗੇਟ ਗ੍ਰਿਸ਼ਨੇਸ਼ਵਰ ਜੋਤਰਲਿੰਗ ਤੇ ਆਪਾਂ ਪਹੁੰਚ ਗਏ ਆ। ਮੋਬਾਈਲ ਇਸ ਤੋਂ ਅੱਗੇ ਨਹੀਂ ਜਾਣੇ। ਸੋ
ਤੁਸੀਂ ਇੱਥੋਂ ਹੀ ਦਰਸ਼ਨ ਕਰ ਸਕਦੇ ਹੋ ਗ੍ਰੀਨੇਸ਼ਵਰ ਜੋਤਿਰਲਿੰਗ। ਅਸੀਂ ਗ੍ਰੀਨੇਸ਼ਵਰ ਮਹਾਰਾਜ ਜੋ ਜੋਤਿਰਲਿੰਗ ਆ ਉਸ ਟੈਂਪਲ ਤੋਂ ਸ਼ਿਰੜੀ ਨੂੰ ਚੱਲ ਪਏ ਆ। 9:01 ਹੋਏ ਆ ਜੀ। ਸੋ ਦੇਖਦੇ ਆ ਹੁਣ ਭੋਲੇ ਸ਼ੰਕਰ ਦੀ ਕੀ ਮੌਜ ਆ, ਉਸ ਪਰਮਾਤਮਾ ਦੀ ਜੋ ਅੰਗ ਸੰਗ ਸਹਾਈ ਆ ਹਰ ਵਕਤ, ਉਹਦੀ ਕੀ ਮੌਜ ਆ। ਉਹਦੇ ਹੁਕਮ ਦੇ ਨਾਲ ਹੁਣ ਸ਼ਿਰੜੀ ਵੱਲ ਨੂੰ ਚੱਲ ਪਏ ਆ। ਰਾਤ ਦਾ ਟਾਈਮ ਆ 9:01 ਤੇ ਜੋ ਮੈਪ ਵੱਲੋਂ ਦੱਸਿਆ ਜਾ ਰਿਹਾ ਉਹ ਸਾਨੂੰ 101 ਕਿਲੋਮੀਟਰ ਦੱਸਿਆ ਜਾ ਰਿਹਾ ਤੇ 2 ਘੰਟੇ 2 ਘੰਟੇ 34 ਮਿੰਟ ਦਾ ਰਸਤਾ ਦੱਸਿਆ ਜਾ ਰਿਹਾ, 2.5 ਘੰਟੇ ਯਾਨੀ ਕਿ 2.5 ਘੰਟੇ ਦੇ ਕਰੀਬ। ਸੋ ਹੁਣ ਦੇਖਦੇ ਆ ਲੈ ਉਹ ਯਾਰ ਜਿੱਲੇ ਮੋਟਰਸਾਈਕਲ ਲੈ ਕੇ ਫੋਨ ਕਰਨ ਨੂੰ ਲਾਇਆ ਵਾ। ਸ਼ਿਰੜੀ ਪਹੁੰਚ ਗਏ ਆ ਜੀ ਆਪਾਂ। ਤਕਰੀਬਨ 11 ਵਜੇ ਪਹੁੰਚ ਗਏ ਸੀ। ਡਿਨਰ ਕਰਨ ਲਈ ਰੁਕ ਗਏ ਆਪਾਂ ਸ਼ਹਿਰ ਦੇ ਬਾਹਰ। ਹੁਣ ਆਪਾਂ ਹੋਟਲ ਜਾ ਰਹੇ ਆ। ਪਹਿਲਾਂ ਹੋਟਲ ਜਾਣਾ ਕਿ ਉੱਥੇ ਜਾਣਾ? ਪਹਿਲਾਂ ਆਪਾਂ ਜਿੱਥੇ ਸਾਈਂ ਬਾਬੇ ਦੀ ਸਮਾਧ ਹੈ ਜੀ ਉਸ ਟੈਂਪਲ ਚੱਲਾਂਗੇ। ਦੂਜੇ ਮੰਦਰ ਜਾਣਾ ਪਹਿਲਾਂ। ਨਹੀਂ ਮੈਪ ਤੇ ਇੱਥੇ ਤਾਂ ਹੁਣ ਉਦਾਂ ਹੀ ਘੁਮਾਈ ਜਾਂਦਾ ਨਾ। ਸ਼ਿਰੜੀ ਤਾਂ ਪਹੁੰਚ ਗਏ। ਹੁਣ ਮੰਦਰ ਵਾਲਾ ਆਪਾਂ ਦੇਖ ਕੇ ਉਹਦਾ ਲੋਕੇਸ਼ਨ ਲਾ ਦਈਏ। ਆਇਆ ਹੋਇਆ ਮੈਪ ਉਹਦਾ? ਉਹ ਲੱਗਿਆ ਬਾਈ, ਮੈਪ ਹੀ ਲੱਗਿਆ ਵਾ ਉਹਦਾ ਲੱਗਿਆ ਹੋਇਆ ਸੀ? ਹਾਂ ਕੱਢਦਾ ਨਹੀਂ ਮੈਂ ਬੰਦ ਥੋੜੀ ਕੀਤਾ, ਮਿਨੀਮਾਈਜ਼ ਕੀਤਾ। ਹਾਂ ਬਾਬੇ ਰਹਿਣ ਤੋਂ ਕੋਈ ਨਹੀਂ। ਇੱਥੇ ਮੁੜ ਕੇ ਪਾਰਕਿੰਗ ਵੀ ਕਿਤੇ ਕ੍ਰਿਸ਼ਨਾ ਹੋਟਲ। ਹਾਂ ਇਹ ਆ ਪੁੱਜੇ ਕਾਰ ਪਾਰਕਿੰਗ। ਅੱਛਾ ਤੂੰ ਕਿੱਧਰ ਚੱਲੇ? ਇੱਧਰ ਪਾਰਕਿੰਗ ਮੰਦਿਰ ਕਿੱਥੇ ਆ? ਇੱਧਰ ਥੋੜੇ ਤੁਰ ਕੇ ਜਾਣਾ ਪੈਣਾ। ਅੱਛਾ ਹੁਣ ਹੀ ਆਇਆ ਨਾ, ਸਵੇਰੇ ਸਵੇਰੇ ਲੱਗਾ ਨਾ ਭਾਈ, ਬਹੁਤ ਠੀਕ ਆ। ਕਿਉਂਕਿ ਹੁਣ ਇੰਨਾ ਆੜੇ ਚ ਦਿਨ ਨੂੰ ਨਹੀਂ ਆਇਆ ਜਾਣਾ। ਬਿਲਕੁਲ ਬਿਲਕੁਲ ਬਿਲਕੁਲ। ਉਹ ਚਲੋ ਇਹ क्या ਪਰ ਨਹੀਂ ਇਹਨੂੰ ਨਾ, ਨਾ। ਚੜਾਈਏ ਇੱਥੇ ਬਿਠਾਈਏ। ये वैसे पार्किंग पेड है। ਅੱਛਾ ਸਨੀ ਯਾਰ ਸੋਚ ਲਾ ਦੇ ਬਾਕੀ ਇਹਨੂੰ ਚਾਰਜ ਹੋ ਜਾਣਗੇ ਫੋਨ। ਹਾਂਜੀ ਚੱਲ ਪਏ ਜੀ ਸ਼ਿਰੜੀ ਤੋਂ ਆਪਾਂ ਇੱਥੇ ਦੇ ਡਾਈਵਰਟ ਕਰਤਾ ਵਾ। ਉਜੈਨ ਜਾਣਾ ਹੈ ਆਪਾਂ ਤੇ ਬਾਇਆ ਮਨਮਾੜ ਹੁੰਦੇ ਹੋਏ ਅੱਜ ਮਨਮਾੜ ਗੁਰਦੁਆਰੇ ਦੇ ਦਰਸ਼ਨ ਕਰਾਂਗੇ ਆਪਾਂ ਸਾਰੇ ਜਣੇ। ਹੋਟਲਾਂ ਦਾ ਸ਼ਹਿਰ ਹੀ ਹੈ ਜੀ ਸ਼ਿਰੜੀ ਜਿਹੜਾ ਆ। ਸਾਈਂ ਬਾਬਾ ਜੀ ਦੀ ਇੱਕ ਉਹ ਚਰਨ ਛੋਹ ਦੇ ਕਾਰਨ ਇਹ ਇੱਕ ਬਹੁਤ ਵੱਡੀ ਹੋਟਲ ਇੰਡਸਟਰੀ ਹੀ ਬਣ ਗਈ। ਕਿਸੇ ਧਾਰਮਿਕ ਥਾਂ ਤੇ ਇੰਨੇ ਹੋਟਲ ਮੈਂ ਪਹਿਲੀ ਵਾਰ ਦੇਖੇ ਆ। ਕਾਫੀ ਧਾਰਮਿਕ ਥਾਵਾਂ ਤੇ ਘੁੰਮਦੇ ਰਹੀਦਾ। ਜਿਸ ਤਰ੍ਹਾਂ ਮਨਾਲੀ ਐਂਟਰ ਹੁੰਦੇ ਹੀ ਹੋਟਲ 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 ਆਵਾਜ਼ਾਂ ਪੈਂਦੀਆਂ, ਕਿਸੇ ਵੀ ਹਿਲ ਸਟੇਸ਼ਨ ਤੇ ਜਾਈਏ ਉਸ ਤਰ੍ਹਾਂ ਹੀ ਸ਼ਿਰੜੀ ਪਹੁੰਚਦੇ ਐ ਨਹੀਂ ਲੱਗਦਾ ਕਿ ਅਸੀਂ ਕਿਸੇ ਧਾਰਮਿਕ ਥਾਂ ਤੇ ਆਏ ਹਾਂ। ਇਦਾਂ ਲੱਗਦਾ ਕਿ ਕਿਸੇ ਪਿਕਨਿਕ ਸਪੋਟ ਤੇ ਆਏ ਹਾਂ। ਇੰਨਾ ਹੋਟਲਾਂ ਦੀਆਂ ਆਵਾਜ਼ਾਂ ਪੈਂਦੀਆਂ, ਲੋਕ ਜਾਣੀ ਕਿ ਰੋਡ ਦੇ ਉੱਤੇ ਜਿਹੜੇ ਆ ਏਜੰਟ ਖੜੇ ਆ। ਇੱਧਰ ਲੈ ਕੇ ਜਾਣਾ। ਸੋ ਪ੍ਰੋਫੈਸਰ ਸਾਹਿਬ ਨੂੰ ਪੁੱਛ ਲਓ ਵੀ ਇੱਧਰ ਲੈ ਕੇ ਜਾਣਾ। ਸਾਈਂ ਬਾਬਾ ਦੀ ਚਰਨ ਪੈਣੇ ਸੀਗੇ ਇਸ ਧਰਤੀ ਦੇ ਤੇ ਧਰਤੀ ਨੂੰ ਭਾਗ ਲੱਗਣੇ ਸੀਗੇ।
ਆ ਸ਼ਹਿਰ ਵਸ ਗਿਆ। ਹਾਂਜੀ ਆਪਾਂ ਮਨਮਾੜ ਸ਼ਹਿਰ ਘੁੰਮ ਰਹੇ ਆ ਜੀ। ਅੰਬੇਦਕਰ ਰੋਡ ਤੇ शिवाजी वाले पास। हाँ शिवाजी के बोतल में जाना। किधर नूर कुछ नहीं गुरुद्वारा देखा है एक गुरुद्वारे वाले जाना जी इधर का ठीक है। अम्बेडकर चौक है जी। रेलवे स्टेशन आ गया। हेलो पूछो गुरुद्वारा का कौन सा रास्ता है? शुक्रिया जी। मैंने रूट गाला कटेगा था बार बार इधर वाला ये पागल बनाना लाया पे और वो भी जालन दे सीधा गया गेट उधर है। गेट इधर वो आई सामने जिथे सरदार जी बैठे कॉमन सेंस की गल है प्रधान जी। सरदार जी गेट के ऊपर बैठे हैं अंदर ले चला हूँ है। हाँ हाँ अंदर ले जा बाहर तो गड्डी तू लाओ जी उधर के उधर उधर पार्किंग है उधर पार्किंग है बना। गुरुद्वारा गुप्तसर साहिब मनमाड़। आप जी दर्शन कर रहे हो गुरुद्वारा गुप्तसर साहिब मनमाड़। जी आप हम गुरुद्वारा मनमाड़ के दर्शन करके अपनी मंजिल उज्जैन वाल नूं तुर पे हैं। सो दोस्तों गुरुद्वारे के बैक से आ गए। 500 meters, turn left onto Athabadi Bazaar Road. इधर एकदम बहुत बड़ा फूल आता है इधर साइड कभी भी दिन कहना मंगे बनी दोबारा जो चेंज ना फिर चार्जर रिकॉर्डिंग करा दे।
ਇਹ ਆਜ ਨੂੰ ਰਹਿੰਦੇ ਦੱਸੋ ਮੈਂ ਕਹਿੰਦਾ ਯਾਰ ਮੈਂ ਤਾਂ ਜਦ ਦੀ ਮਨਵਾੜ ਵੇਲੇ ਦੀ ਲਾਈ ਹੋਈ ਗੁਰਦੁਆਰੇ ਵੇਲੇ ਦੀ ਮੈਂ ਆਪ ਨਹੀਂ ਕੁਝ ਬੋਲ ਰਿਹਾ ਉਹਦਾ ਆ ਲੈਣੇ ਆ। ਹੁਣ ਕੁਝ ਨਹੀਂ ਲੈਣਾ ਤੂੰ ਦੇਦਾ ਜੋ ਦੇਣਾ ਸੀਗਾ ਮੈਕਸੀ ਵਾਲੇ ਨੂੰ ਅਸੀਂ ਹੁਣ ਕੁਝ ਨਹੀਂ ਲੈਣਾ ਜਦੋਂ Continue on Singapore National Highway for 32 kilometers. ਹੁਣ ਮਨਵਾੜ ਚ ਮੇਨ ਹਾਈਵੇ ਪਰ ਆਏ ਅਸੀਂ। ਨਿਕਲ ਕੇ ਯਾਰ ਪਿਸ਼ਾਬ ਕਰਾ ਦੇ ਕਿਤੇ ਮੈਂ ਕਰਨਾ ਗੁਰਦੁਆਰੇ ਸੀਗਾ ਤੂੰ ਇਹਨਾਂ ਨੂੰ ਗੱਡੀ ਮੋੜ ਲਈ ਮੈਂ ਕਿਹਾ ਚਲੋ ਯਾਰ ਪਤਾ ਕੀ ਹੈ ਟਾਈਮ ਵੀ ਦੇਖੋ ਨਾ ਪਹਿਲਾਂ 8 ਵਜੇ ਦੱਸਦਾ ਤਾਂ ਹੁਣ 8:41 ਦੱਸਣ ਲੱਗ ਪਿਆ। ਅੱਛਾ 8:41 ਕਰਤਾ ਇਹਨੇ ਹੁਣ ਟਾਈਮ। ਕੋਈ ਨਹੀਂ ਆਪਾਂ 8 ਵਜੇ ਪਹੁੰਚਾਂਗੇ ਖਿੱਚੀ ਰੱਖਣਾ ਆਪਾਂ ਕਿਹੜਾ ਕੁਝ ਖਾਣਾ ਪੀਣਾ ਪਿਆਜ ਵਾਲੇ ਨੇ ਮਹਾਬਲੀ ਲਿਖਿਆ ਵਾ ਹਲੇ ਮਨਵਾੜ ਨਿਕਲੇ ਨਹੀਂ ਐ ਸਹੀ। ਨਹੀਂ ਨਿਕਲੇ ਬਿਲਕੁਲ ਨਹੀਂ ਨਿਕਲੇ ਮਾਰੇ ਮੈਂ ਵੀ ਕਹਿੰਦਾ ਨਹੀਂ ਨਿਕਲੇ ਵਾਓ ਕੀ ਵਿਊ ਹੈ ਯਾਰ ਫੋਟੋ ਖਿੱਚਣ ਵਾਲਾ ਵਿਊ ਆ ਰੋਕਾ ਓਏ ਹੋਏ ਇੱਧਰ ਦੇਖ ਰੋਕਾ ਕੇ ਚੱਲਦਾ ਰਵਾਂ। ਉਹ ਪਿੱਛੋਂ ਨਾ ਹਾਈਵੇ ਦਾ ਵਿਊ ਲੈਣ ਵਾਲਾ ਸੀਗਾ ਉਦਾਂ ਪਰ ਚਲੋ ਇੱਧਰ ਥੱਲੇ ਤੋਂ ਵੀ ਲਿਆ ਜਾ ਸਕਦਾ ਇਦਾਂ। ਉਹੀ ਮੈਂ ਸੋਚ ਰਿਹਾ ਸੀ ਉਹ ਦੇਖੋ ਨਾਲੇ ਉਹਦਾ ਲਓ ਇੱਥੇ ਤੇ ਖੜ ਕੇ ਨਾ ਉਹਦੀ ਸੈਲਫੀ ਲਓ ਜਿਹਦੇ ਚ ਉੱਪਰ ਵੀ ਨਾਲ ਆਵੇ। ਉਹਦੇ ਤਾਂ ਕਿੱਥੇ ਉਹ ਸਾਹਮਣੇ ਦੇ। ਨਹੀਂ ਉਹ ਉਹਦਾ ਨਹੀਂ ਕੋਈ ਪਰ ਇਦਾਂ ਇੱਥੋਂ ਵਿਊ ਲਿਆ ਜਾ ਸਕਦਾ ਫੋਟੋ ਲਿਆ ਦੇ ਯਾਰ ਕੈਮਰਾ ਦੇ ਲਓ ਮੇਰੇ ਆ ਟਰੱਕ ਵਾਲੇ ਦੀ ਵਿਚਾਰੇ ਦੀ ਜਾਨ ਨੂੰ ਸਿਆਪਾ ਛੱਡ ਗਿਆ। ਮਨਮਾੜ ਤੋਂ ਬਾਅਦ ਦਾ ਹੈ ਦਿਲਕਸ਼ ਨਜ਼ਾਰਾ ਬੜਾ ਵਧੀਆ ਰੋਡ ਹਾਈਵੇ ਚੱਲ ਰਿਹਾ ਮਾਲੇਗਾਂਵ ਪਹੁੰਚਾਂਗੇ ਆਪਾਂ ਥੋੜੀ ਦੇਰ 'ਚ ਮਾਲੇਗਾਂਵ ਤੋਂ ਆਪਾਂ ਬੰਬੇ ਇੰਦੌਰ ਵਾਲਾ ਹਾਈਵੇ ਲਵਾਂਗੇ ਪਵਨ ਚੱਕੀ ਦਾ ਪੰਖ ਹੈ। ਇਹਨਾਂ ਨੂੰ ਅੱਗੇ ਦੀ ਇਜਾਜ਼ਤ ਨਹੀਂ ਮਿਲੀ ਹੋਣੀ ਇਹ ਚੱਲਦੀ ਰਾਤ ਨੂੰ ਹੁੰਦਾ ਜ਼ਿਆਦਾ ਸ਼ਹਿਰ ਟੱਪਣਾ ਨਾ ਇਹਨਾਂ ਨੇ ਅੱਗੇ ਜਾ ਕੇ ਫਿਰ ਰਾਤੋਂ ਰਾਤ ਸਫ਼ਰ ਕੱਢਣਾ ਹੁੰਦਾ ਇਹਨਾਂ ਨੇ। ਇਹ ਤੁਸੀਂ ਜੋ ਦੇਖ ਰਹੇ ਹੋ ਇਹ ਪੌਣ ਚੱਕੀਆਂ ਦੇ ਪਰ ਨੇ ਜੋ ਕਿ ਕਿਸੇ ਏਰੀਆ 'ਚ ਜਾ ਰਹੇ ਨੇ ਜਿੱਥੇ ਪੌਣ ਚੱਕੀ ਲੱਗਣੀ ਹੋਊਗੀ ਤੁਹਾਨੂੰ ਲੱਗੇ ਵੀ ਦਿਖਾਵਾਂਗੇ ਵੀ ਜਦ ਅਸੀਂ ਉਜੈਨ ਤੇ ਅੱਗੇ ਨੂੰ ਜਾਂਦੇ ਨਾ ਮਾਤਾ ਦੇ ਮੰਦਿਰ ਵੱਲ ਨੂੰ ਉਸ ਰੋਡ 'ਤੇ ਬਹੁਤ ਲੱਗੇ ਵੇ ਔਰ ਉਹਦੇ ਵਿੱਚ ਵਿਊ ਬਹੁਤ ਹੈ ਇਦਾਂ ਦੇ।